ਅੱਗੇ ਵਧਾਂਗੇ ਤਾਂ NCERT ਦੇ 12ਵੀਂ ਦੇ ਸਿਲੇਬਸ ਤੇ ਹੁਣ ਵਿਵਾਦ ਹੋਇਆ। SGPC ਦੇ ਵੱਲੋਂ NCERT ਦੇ 12ਵੀਂ ਦੇ ਸਿਲੇਬਸ ਤੇ ਸਵਾਲ ਚੁੱਕੇ ਗਏ ਨੇ। NCERT ਤੇ ਇਤਿਹਾਸ ਦੀ ਗਲਤ ਵਿਆਖਿਆ ਦਾ ਇਲਜ਼ਾਮ ਲਗਾਇਆ ਗਿਆ ਹੈ। ਇਲਜ਼ਾਮ ਲੱਗਿਆ ਹੈ ਤਾਂ NCERT ਤੇ ਇਤਿਹਾਸ ਦੀ ਗਲਤ ਵਿਆਖਿਆ ਕੀਤੀ ਗਈ ਹੈ। ਇਲਜ਼ਾਮ ਲਗਾਇਆ ਗਿਆ SGPC ਦੇ ਵੱਲੋਂ ਅਨੰਦਪੁਰ ਸਾਹਿਬ ਨੂੰ ਲੈ ਕੇ ਇਹ ਕੀਤਾ ਗਿਆ ਹੈ। ਕਹਿ ਲਈਏ ਕਿ ਅਨੰਦਪੁਰ ਸਾਹਿਬ ਦੇ ਵਿੱਚ ਜਿਸ ਕਿਸਮ ਦਾ ਇਤਿਹਾਸ ਹੈ ਅਨੰਦਪੁਰ ਸਾਹਿਬ ਦਾ, ਤਾਂ ਉਸ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ। ਇਤਿਹਾਸ ਦੇ ਵਿੱਚ ਜਿਸ ਤਰ੍ਹਾਂ ਦੀ ਵਿਆਖਿਆ ਹੈ SGPC ਪ੍ਰਧਾਨ ਹਰਜਿੰਦਰ ਧਾਮੀ ਦੇ ਵੱਲੋਂ ਦੱਸਦੀ ਕਿ ਸਵਾਲ ਚੁੱਕੇ ਗਏ ਨੇ। ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਕਿ ਮਤੇ ਬਾਰੇ ਗੁੰਮਰਾਹਕੁਨ ਜਾਣਕਾਰੀ ਦਰਜ ਕੀਤੀ ਗਈ ਹੈ। ਇਹ ਧਾਮੀ ਹੋਰਾਂ ਨੇ ਕਿਹਾ ਹੈ 12ਵੀਂ ਦੀ ਸੁਤੰਤਰ ਭਾਰਤ ਦੇ ਵਿੱਚ ਰਾਜਨੀਤੀ ਕਿਤਾਬ ਦੇ ਵਿੱਚ ਦਰਜ ਹੈ ਅਨੰਦਪੁਰ ਸਾਹਿਬ ਦਾ ਮਤਾ। NCERT ਨੇ ਗਲਤ ਜਾਣਕਾਰੀ ਦੇ ਕੇ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਕਿਸਮ ਦੇ ਇਲਜ਼ਾਮ ਲਗਾਏ ਨੇ SGPC ਨੇ। ਸਿੱਖਾਂ ਨੂੰ ਵੱਖਵਾਦੀ ਵਜੋਂ ਪੇਸ਼ ਕਰਨਾ ਬਿਲਕੁਲ ਵੀ ਜਾਇਜ਼ ਨਹੀਂ ਹੈ। NCERT ਨੂੰ ਚੈਪਟਰ ਤੋਂ ਗਲਤ ਜਾਣਕਾਰੀ ਤੁਰੰਤ ਹਟਾਉਣ ਦੀ ਮੰਗ ਵੀ ਕੀਤੀ ਗਈ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੇ ਘੱਟ ਗਿਣਤੀਆਂ ਬਾਰੇ ਪਾਠਕ੍ਰਮ ਖਤਮ ਕਰਕੇ ਮਨਮਰਜ਼ੀ ਦਾ ਸਿਲੇਬਸ ਤਿਆਰ ਕਰਨ ਦਾ ਇਲਜ਼ਾਮ ਲਗਾਇਆ। ਤਾਂ ਇਸ ਕਿਸਮ ਦੇ ਇਲਜ਼ਾਮ ਜਿਹੜੇ ਨੇ ਉਹ ਲੱਗੇ ਨੇ ਔਰ 12ਵੀਂ ਦੇ ਸਿਲੇਬਸ ਦੇ ਵਿੱਚ ਖਾਸ ਤੌਰ ਤੇ ਇੱਕ ਚੈਪਟਰ ਕਹਿ ਲਈਏ ਪਾਰਟਿਕੂਲਰ, ਸੋ ਉਸ ਨੂੰ ਲੈ ਕੇ ਸਵਾਲ ਕੀਤੇ ਗਏ ਨੇ ਔਰ ਕਈ ਕਿਸਮ ਦੇ ਇਲਜ਼ਾਮ ਜਿਹੜੇ ਨੇ SGPC ਦੇ ਵੱਲੋਂ ਲਗਾਏ ਗਏ ਨੇ। ਤਾਂ ਇੱਕ ਵਾਰ ਗ੍ਰਾਫਿਕ ਦੇ ਜ਼ਰੀਏ ਦੇਖਦੇ ਹਾਂ ਕਿ ਆਖਰਕਾਰ ਇਲਜ਼ਾਮ ਜਿਹੜੇ ਨੇ ਉਹ ਕੀ ਨੇ ਔਰ ਸਿੱਖਾਂ ਦੇ ਨਾਲ ਸੰਬੰਧਿਤ ਇਤਿਹਾਸਿਕ ਵੇਰਵੇ ਗਲਤ ਪੇਸ਼ ਕਰਨ ਦਾ ਇਲਜ਼ਾਮ ਲੱਗਿਆ ਹੈ। 1970 ਦੇ ਦਹਾਕੇ ਦੌਰਾਨ ਅਕਾਲੀਆਂ ਦੇ ਇੱਕ ਹਿੱਸੇ ਨੇ ਦੱਸਦੀ ਕਿ ਇਸ ਖੇਤਰ ਦੇ ਲਈ ਰਾਜਨੀਤਿਕ ਖੁਦਮੁਖਤਿਆਰੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਘੱਟ ਗਿਣਤੀਆਂ ਦੇ ਬਾਰੇ ਪਾਠਕ੍ਰਮ ਖਤਮ ਕਰਨ ਨੂੰ ਲੈ ਕੇ ਇਲਜ਼ਾਮ ਨੇ। ਮਨਮਰਜ਼ੀ ਦਾ ਸਿਲੇਬਸ ਤਿਆਰ ਕਰ ਰਹੇ ਇਹ ਵੀ ਇਲਜ਼ਾਮ ਲੱਗੇ ਨੇ। ਇਤਿਹਾਸ ਦੀ ਗਲਤ ਵਿਆਖਿਆ ਦਾ ਇਲਜ਼ਾਮ ਹੈ। ਇਹ ਵੀ ਇਲਜ਼ਾਮ ਲਗਾਏ ਗਏ ਨੇ। ਸਿੱਖਾਂ ਦੇ ਨਾਲ ਸੰਬੰਧਿਤ ਇਤਿਹਾਸਿਕ ਵੇਰਵੇ ਗਲਤ ਪੇਸ਼ ਕੀਤੇ ਗਏ ਨੇ। ਅਨੰਦਪੁਰ ਸਾਹਿਬ ਦੇ ਮਤੇ ਬਾਰੇ ਗੁੰਮਰਾਹਕੁਨ ਜਾਣਕਾਰੀ ਦਿੱਤੀ ਗਈ ਹੈ। ਇਹ ਵੀ ਇਲਜ਼ਾਮ ਲਗਾਏ ਸਿੱਖਾਂ ਨੂੰ ਵੱਖਵਾਦੀ ਦੇ ਵਜੋਂ ਪੇਸ਼ ਕੀਤਾ ਗਿਆ ਹੈ। ਘੱਟ ਗਿਣਤੀਆਂ ਬਾਰੇ ਪਾਠਕ੍ਰਮ ਖਤਮ ਕੀਤਾ ਜਾ ਰਿਹਾ ਹੈ। ਇਹ ਵੀ ਇਲਜ਼ਾਮ ਲਗਾਏ ਗਏ ਨੇ। ਤਾਂ ਇਸ ਤੋਂ ਇਲਾਵਾ NCERT ਦੇ 12ਵੀਂ ਦੇ ਸਿਲੇਬਸ ਤੇ ਵਿਵਾਦ SGPC ਦੇ ਕੀ ਨੇ ਇਲਜ਼ਾਮ ਇਹ ਦੇਖ ਰਹੇ ਹਾਂ, ਕਿਉਂਕਿ ਜਿਸ ਕਿਸਮ ਦੇ ਨਾਲ ਇਹ ਮੁੱਦਾ ਉੱਠਿਆ ਹੈ ਤਾਂ ਇਹ ਸਾਰੇ ਇਲਜ਼ਾਮ SGPC NCERT ਤੇ ਲਗਾ ਰਹੀ ਹੈ। ਅਨੰਦਪੁਰ ਸਾਹਿਬ ਦੇ ਮਤੇ ਬਾਰੇ ਗੁੰਮਰਾਹਕੁਨ ਜਾਣਕਾਰੀ ਦਿੱਤੀ ਗਈ ਹੈ। ਮੈਨੂੰ ਤਾਂ ਇਸ ਗੱਲ ਦਾ ਵੀ ਗਿਲਾ ਰਹਿੰਦਾ ਕਿ ਸਰਕਾਰਾਂ ਨੇ ਜੇ ਸਿੱਖਾਂ ਦਾ ਇਤਿਹਾਸ ਛਾਪਣਾ ਤੇ ਸਿੱਖਾਂ ਦੀ ਪ੍ਰਤੀਨਿਧ ਜਮਾਤ ਜਿਹੜੀ ਆ ਉਹਨੂੰ ਵਿੱਚ ਲੈ ਲੈਣਾ ਚਾਹੀਦਾ। ਜੇ ਮੁਸਲਮਾਨਾਂ ਦੇ ਨਾਲ ਸੰਬੰਧਿਤ ਆ ਤੇ ਉਹਨਾਂ ਨੂੰ ਲੈ ਲੈਣਾ ਚਾਹੀਦਾ। ਜੇ ਕਿਤੇ ਹੋਰ ਫਿਰਕੇ ਨਾਲ ਸੰਬੰਧਿਤ ਆ ਤੇ ਉਹਨਾਂ ਨੂੰ ਲੈ ਲੈਣਾ ਚਾਹੀਦਾ। ਹੁਣ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਉਹਨੇ ਇੱਕ ਵੱਖਵਾਦੀ ਲਿਖ ਦਿੱਤਾ, ਮੈਂ ਸਮਝਦਾ ਬਹੁਤ ਮਾੜੀ ਗੱਲ ਆ। ਫੈਡਰਲ ਸਿਸਟਮ ਦਾ ਸਭ ਤੋਂ ਵਧੀਆ ਉਹ ਮਤਾ ਆ ਜਿਹੜਾ ਸ਼ਾਇਦ ਲਾਗੂ ਕਰਕੇ ਜਿੰਨੀਆਂ ਵੀ ਸਟੇਟਾਂ 'ਚ ਅਨਰੈਸਟਨੈਸ ਆ ਉਹ ਸਾਰੀ ਜਿਹੜੀ ਆ ਮੁੱਕ ਸਕਦੀ ਆ। ਸੋ ਮੈਂ ਸਮਝਦਾ ਇਹ ਇਦਾਂ ਦੀਆਂ ਕੋਝੀਆਂ ਚਾਲਾਂ ਨਹੀਂ ਚੱਲਣੀਆਂ ਚਾਹੀਦੀਆਂ। ਸਾਡੇ ਇਤਿਹਾਸ ਨੂੰ ਜਿਹੜਾ ਇੱਕ ਵਿਗਾੜਨ ਦਾ ਯਤਨ ਕੀਤਾ ਜਾ ਰਿਹਾ ਉਹ ਸਰਕਾਰਾਂ ਨੂੰ ਮੌਕੇ ਦੀਆਂ ਨੂੰ ਬਿਲਕੁਲ ਬੰਦ ਕਰਨਾ ਚਾਹੀਦਾ, ਕਿਉਂਕਿ ਸਰਕਾਰ ਦੀ ਮੈਂ ਸਮਝਦਾ ਪਾਲਿਸੀ ਆ ਵੀ ਇਤਿਹਾਸ ਨੂੰ ਵਿਗਾੜ ਦਈਏ ਤੇ ਜਿਹਦਾ ਕਹਿੰਦੇ ਇਤਿਹਾਸ ਵਿਗੜ ਜਾਏਗਾ ਉਹਦਾ ਆਪ ਹੀ ਵਿਗੜ ਜਾਂਦਾ। ਸੋ ਅਸੀਂ ਤਾਂ ਇਹ ਤਾੜਨਾ ਇਹਨਾਂ ਨੂੰ ਕਰਦੇ ਹਾਂ ਵੀ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਜੇ ਕੋਈ ਇਹ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਨਹੀਂ ਸਿੱਖਾਂ ਦੀ ਇਹ ਸੀਗੀ ਮੰਗ ਇਹ। ਸੋ ਇਸ ਕਰਕੇ ਜੇ ਇਹਦੇ ਬਾਰੇ ਕੋਈ ਗੱਲ ਕਰਨੀ ਸੀ ਤੇ ਕਰ ਲਈ ਜਾ ਸਿੱਖਾਂ ਨਾਲ ਗੱਲ ਕਰ ਲਈ ਜਾਂਦੀ ਤਾਂ ਕਿ ਉਹਦਾ ਸਪਸ਼ਟੀਕਰਨ ਜਿਹੜਾ ਉਹ ਛਪ ਜਾਂਦਾ ਵਿੱਚ। ਮੈਨੂੰ ਤਾਂ ਇਸ ਗੱਲ ਦਾ ਵੀ ਗਿਲਾ ਰਹਿੰਦਾ ਕਿ ਸਰਕਾਰਾਂ ਨੇ ਜੇ ਸਿੱਖਾਂ ਦਾ ਇਤਿਹਾਸ ਛਾਪਣਾ ਤੇ ਸਿੱਖਾਂ ਦੀ ਪ੍ਰਤੀਨਿਧ ਜਮਾਤ ਜਿਹੜੀ ਆ ਉਹਨੂੰ ਵਿੱਚ ਲੈ ਲੈਣਾ ਚਾਹੀਦਾ। ਜੇ ਮੁਸਲਮਾਨਾਂ ਦੇ ਨਾਲ ਸੰਬੰਧਿਤ ਆ ਤੇ ਉਹਨਾਂ ਨੂੰ ਲੈ ਲੈਣਾ ਚਾਹੀਦਾ। ਜੇ ਕਿਤੇ ਹੋਰ ਫਿਰਕੇ ਨਾਲ ਸੰਬੰਧਿਤ ਆ ਤੇ ਉਹਨਾਂ ਨੂੰ ਲੈ ਲੈਣਾ ਚਾਹੀਦਾ। ਹੁਣ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਉਹਨੇ ਇੱਕ ਵੱਖਵਾਦੀ ਲਿਖ ਦਿੱਤਾ, ਮੈਂ ਸਮਝਦਾ ਬਹੁਤ ਮਾੜੀ ਗੱਲ ਆ। ਫੈਡਰਲ ਸਿਸਟਮ ਦਾ ਸਭ ਤੋਂ ਵਧੀਆ ਉਹ ਮਤਾ ਆ ਜਿਹੜਾ ਸ਼ਾਇਦ ਲਾਗੂ ਕਰਕੇ ਜਿੰਨੀਆਂ ਵੀ ਸਟੇਟਾਂ 'ਚ ਅਨਰੈਸਟਨੈਸ ਆ ਉਹ ਸਾਰੀ ਜਿਹੜੀ ਆ ਮੁੱਕ ਸਕਦੀ ਆ। ਸੋ ਮੈਂ ਸਮਝਦਾ ਇਹ ਇਦਾਂ ਦੀਆਂ ਕੋਝੀਆਂ ਚਾਲਾਂ ਨਹੀਂ ਚੱਲਣੀਆਂ ਚਾਹੀਦੀਆਂ। ਸਾਡੇ ਇਤਿਹਾਸ ਨੂੰ ਜਿਹੜਾ ਇੱਕ ਵਿਗਾੜਨ ਦਾ ਯਤਨ ਕੀਤਾ ਜਾ ਰਿਹਾ ਉਹ ਸਰਕਾਰਾਂ ਨੂੰ ਮੌਕੇ ਦੀਆਂ ਨੂੰ ਬਿਲਕੁਲ ਬੰਦ ਕਰਨਾ ਚਾਹੀਦਾ, ਕਿਉਂਕਿ ਸਰਕਾਰ ਦੀ ਮੈਂ ਸਮਝਦਾ ਪਾਲਿਸੀ ਆ ਵੀ ਇਤਿਹਾਸ ਨੂੰ ਵਿਗਾੜ ਦਈਏ ਤੇ ਜਿਹਦਾ ਕਹਿੰਦੇ ਇਤਿਹਾਸ ਵਿਗੜ ਜਾਏਗਾ ਉਹਦਾ ਆਪ ਹੀ ਵਿਗੜ ਜਾਂਦਾ। ਸੋ ਅਸੀਂ ਤਾਂ ਇਹ ਤਾੜਨਾ ਇਹਨਾਂ ਨੂੰ ਕਰਦੇ ਹਾਂ ਵੀ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਜੇ ਕੋਈ ਇਹ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਨਹੀਂ ਸਿੱਖਾਂ ਦੀ ਇਹ ਸੀਗੀ ਮੰਗ ਇਹ। ਸੋ ਇਸ ਕਰਕੇ
ਜੇ ਇਹਦੇ ਬਾਰੇ ਕੋਈ ਗੱਲ ਕਰਨੀ ਸੀ ਤੇ ਕਰ ਲਈ ਜਾ ਸਿੱਖਾਂ ਨਾਲ ਗੱਲ ਕਰ ਲਈ ਜਾਂਦੀ ਤਾਂ ਕਿ ਉਹਦਾ ਸਪਸ਼ਟੀਕਰਨ ਜਿਹੜਾ ਉਹ ਛਪ ਜਾਂਦਾ ਵਿੱਚ। ਤਾਂ ਐਨਸੀਈਆਰਟੀ ਦੀ 12ਵੀਂ ਦੀ ਕਿਤਾਬ ਦੇ ਵਿੱਚ ਕੀ ਹੈ ਉਹ ਵੇਖਦੇ ਹਾਂ ਗ੍ਰਾਫਿਕ ਦੇ ਜ਼ਰੀਏ। ਔਰ 1970 ਦੇ ਦਹਾਕੇ ਦੌਰਾਨ ਦੱਸਦੀ ਹੈ ਕਿ ਅਕਾਲੀਆਂ ਦੇ ਇੱਕ ਹਿੱਸੇ ਨੇ ਇਸ ਖੇਤਰ ਦੇ ਲਈ ਰਾਜਨੀਤਿਕ ਖੁਦਮੁਖਤਿਆਰੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹ ਲਿਖਿਆ ਗਿਆ ਹੈ ਇਤਿਹਾਸ ਦੇ ਵਿੱਚ, ਜਿਸ ਨੂੰ ਲੈ ਕੇ ਇਤਰਾਜ਼ ਹੈ। 1973 ਵਿੱਚ ਅਨੰਦਪੁਰ ਸਾਹਿਬ ਵਿਖੇ ਇੱਕ ਕਾਨਫਰੰਸ ਦੇ ਵਿੱਚ ਮਤਾ ਪਾਸ ਹੋਇਆ। ਅਨੰਦਪੁਰ ਸਾਹਿਬ ਦੇ ਮਤੇ ਵਿੱਚ ਖੇਤਰ ਲਈ ਖੁਦਮੁਖਤਿਆਰੀ ਦਾ ਦਾਅਵਾ ਕੀਤਾ ਗਿਆ ਸੀ। ਮਤੇ ਦੀਆਂ ਮੰਗਾਂ ਤੇ ਕੇਂਦਰ ਤੇ ਸੂਬੇ ਦੇ ਸੰਬੰਧਾਂ ਨੂੰ ਮੁੜ ਪਰਿਭਾਸ਼ਿਤ ਕਰਨ ਦੀ ਗੱਲ ਵੀ ਸ਼ਾਮਿਲ ਸੀ। ਇਸ ਮਤੇ ਦੇ ਵਿੱਚ ਸਿੱਖ ਕੌਮ ਦੀਆਂ ਇੱਛਾਵਾਂ ਤੇ ਜ਼ੋਰ ਦਿੰਦਿਆਂ ਸਿੱਖਾਂ ਦੇ ਬੋਲਬਾਲੇ ਦਬਦਬਾ ਜਾਂ ਸਰਦਾਰੀ ਦਾ ਐਲਾਨ ਕੀਤਾ ਗਿਆ। ਇਹ ਮਤਾ ਸੰਘਵਾਦ ਨੂੰ ਮਜ਼ਬੂਤ ਕਰਨ ਦੀ ਅਪੀਲ ਕਰਦਾ ਹੈ, ਪਰ ਇਸ ਨੂੰ ਵੱਖਰੀ ਸਿੱਖ ਕੌਮ ਦੀ ਮੰਗ ਵਜੋਂ ਵੀ ਪੜ੍ਹਿਆ ਜਾ ਸਕਦਾ ਹੈ। ਇਹ 70 ਅਸੀਂ ਕਹਿ ਸਕਦੇ ਹਾਂ। ਅਨੰਦਪੁਰ ਸਾਹਿਬ ਮਤੇ ਦਾ ਸਿੱਖ ਸਮਾਜ ਤੇ ਬਹੁਤ ਘੱਟ ਅਸਰ ਪਿਆ। ਕੁਝ ਸਾਲਾਂ ਬਾਅਦ 1980 ਵਿੱਚ ਅਕਾਲੀ ਦਲ ਦੀ ਸਰਕਾਰ ਬਰਖਾਸਤ ਹੋ ਗਈ ਤਾਂ ਅਕਾਲੀ ਦਲ ਨੇ ਪੰਜਾਬ ਅਤੇ ਗੁਆਂਢੀ ਰਾਜਾਂ ਵਿਚਕਾਰ ਪਾਣੀਆਂ ਦੀ ਵੰਡ ਤੇ ਸਵਾਲ ਤੇ ਇੱਕ ਅੰਦੋਲਨ ਕੀਤਾ। ਧਾਰਮਿਕ ਆਗੂਆਂ ਦੇ ਇੱਕ ਹਿੱਸੇ ਨੇ ਖੁਦਮੁਖਤਿਆਰ ਸਿੱਖ ਪਛਾਣ ਦੀ ਗੱਲ ਚੁੱਕੀ। ਹੋਰ ਅੱਤਵਾਦੀ ਤੱਤਾਂ ਨੇ ਭਾਰਤ ਤੋਂ ਵੱਖ ਹੋਣ ਅਤੇ ਖਾਲਿਸਤਾਨ ਬਣਾਉਣ ਦੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ। ਤਾਂ 12ਵੀਂ ਦੇ ਇਤਿਹਾਸ ਦੇ ਵਿੱਚ 12ਵੀਂ ਦੇ ਸਿਲੇਬਸ ਦੇ ਵਿੱਚ ਇਹ ਲਿਖਿਆ ਹੈ। ਇਸ ਨੂੰ ਲੈ ਕੇ ਐਸਜੀਪੀਸੀ ਸਵਾਲ ਚੁੱਕ ਰਹੀ ਹੈ ਔਰ ਇਸ ਤੇ ਉਹਨਾਂ ਨੇ ਸਵਾਲ ਕੀਤਾ ਹੈ। ਸਰਕਾਰਾਂ ਨੂੰ ਵੀ ਉਹਨਾਂ ਨੇ ਕਿਹਾ ਹੈ ਔਰ ਇਹ ਸਿੱਧੇ ਤੌਰ ਤੇ ਸਵਾਲ ਪਾਉਂਦੇ ਹੋਏ ਧਾਮੀ ਨਜ਼ਰ ਆਏ ਨੇ ਕਿ ਆਖਰਕਾਰ ਜੇਕਰ ਤੁਸੀਂ ਕਿਸੇ ਨੂੰ ਮਟਾਉਣਾ ਚਾਹੁੰਦੇ ਹੋ ਤਾਂ ਫਿਰ ਉਹਨਾਂ ਦਾ ਇਤਿਹਾਸ ਹੀ ਬਦਲ ਦਿਓ, ਤਾਂ ਫਿਰ ਉਹ ਕੌਮ, ਉਹ ਕੋਈ ਵੀ ਹੋਵੇ ਤਾਂ ਉਹ ਖੁਦ ਬ ਖੁਦ ਖਤਮ ਹੋ ਜਾਏਗੀ।